ਸੈਮ ਸਿੰਘ ਦੱਸੋਗੇ ਵੀ ਹੋਇਆ ਕੀ ਸੀ? ਵੀ ਸਾਰਾ ਜ਼ਰੂਰ ਫੋਟੋ ਸਾਰਿਆਂ ਨੇ ਦੇਖੀਆਂ, ਉਹ ਇੱਕ ਫੋਟੋ ਪੂਰੀ ਫੇਸਬੁੱਕ 'ਤੇ ਉਸ ਟਾਈਮ ਵਾਇਰਲ ਹੋਈ, ਪਰ ਗੱਲ ਕੀ ਸੀ, ਕਿੱਦਾਂ ਹੋਇਆ, ਕੀ ਹੋਇਆ, ਉਹ ਕਿਸੇ ਨੂੰ ਨਹੀਂ ਪਤਾ। ਉਸ ਬਾਰੇ ਦੱਸੋ ਵੀ ਕੀ ਹੋਇਆ ਕੀ ਸੀ? ਇਹਦਾ ਮੋਸਟਲੀ ਜਿੱਥੇ ਤੱਕ ਮੇਰੀ ਨਿਗਾਹ ਦੇ ਵਿੱਚ ਮੈਨੂੰ ਇਹੀ ਸੁਣਨ ਨੂੰ ਮਿਲਿਆ, ਇਹਦੇ ਲੱਛਣ ਨਹੀਂ ਪਤਾ ਲੱਗਦੇ ਬੰਦੇ ਨੂੰ। ਇਹੀ ਚੀਜ਼ ਸਾਡੇ ਨਾਲ ਹੋਈ। ਕੋਈ ਸਿੰਪਟਮ ਨਹੀਂ ਸੀਗਾ ਜੀ, ਕੁਛ ਵੀ ਨਹੀਂ ਸੀਗਾ, ਕੋਈ ਕਫ ਨਹੀਂ, ਕੋਈ ਕੋਲਡ ਨਹੀਂ, ਕੋਈ ਫੀਵਰ ਨਹੀਂ। ਮੈਂ ਉਹਨਾਂ ਨੂੰ ਕਿਹਾ ਵੀ ਡੈਡ ਆਪਾਂ ਡਿਊਟੀ 'ਤੇ ਫੇਰ ਜਾਵਾਂਗੇ, ਪਹਿਲਾਂ ਆਪਾਂ ਟੈਸਟ ਕਰਵਾ ਲਈਏ, ਕਿਉਂਕਿ ਅੰਗੈਲੀ ਨਹੀਂ ਕਰਨਾ ਚਾਹੁੰਦੇ। ਫਿਰ ਵੀ ਕਰੋਨਾ ਦਾ ਡਰ ਤਾਂ ਹੈਗਾ ਹੀ ਸੀ ਸਾਰੇ ਪਾਸੇ। ਤੇ ਉਹਨਾਂ ਨੇ ਸਾਨੂੰ ਦੇਖ ਕੇ ਦੱਸਿਆ ਵੀ ਇਹਨਾਂ ਦੀ ਚੈਸਟ ਬਲੌਕ ਹੋਈ ਆ ਪੂਰੀ, ਤੇ ਕਫ ਤਾਂ ਕੋਈ ਹੈ ਨਹੀਂ ਸੀਗਾ, ਬਟ ਉਹ ਕਹਿੰਦੇ ਵੀ ਮੇ ਬੀ ਇਟਸ ਅ ਸਿੰਪਟਮ ਆਫ ਕਰੋਨਾ, ਕਿਉਂਕਿ ਅੱਜ ਕੱਲ੍ਹ ਮਿਊਟੇਟ ਹੋਇਆ ਕਰੋਨਾ, ਤੇ ਆਪਾਂ ਨੂੰ ਸਾਰੇ ਇਹਨਾਂ ਦੇ ਬੋਡੀ ਟੈਸਟ ਕਰਵਾਉਣੇ ਪੈਣੇ ਨੇ, ਨਾਲ ਸਿਟੀ ਸਕੈਨ ਕਰਾਉਣੀ ਪੈਣੀ ਹੈ। ਤੇ ਡਾਕਟਰਸ ਨੇ ਮੈਨੂੰ ਸਾਫ਼ ਕਹਿਤਾ ਸੀਗਾ ਵੀ ਕੰਡੀਸ਼ਨ ਬਹੁਤ ਜ਼ਿਆਦਾ ਕ੍ਰਿਟੀਕਲ ਆ, ਕਿਉਂਕਿ ਇਹ ਮਲਟੀ ਆਰਗਨ ਬਣ ਗਿਆ। 13ਵੇਂ ਦਿਨ ਤੱਕ ਬਹੁਤ ਜ਼ਿਆਦਾ ਹੀ ਡਾਊਨ ਹੋ ਗਈ ਕੰਡੀਸ਼ਨ। ਸੈਚੂਰੇਸ਼ਨ ਫਿਰ 60s ਦੀ ਲਾਈਨ 'ਤੇ ਆ ਗਈ, 70 ਤੋਂ 60 ਦੇ ਵਿੱਚ ਰਹਿੰਦੀ ਹੁੰਦੀ ਸੀਗੀ ਜੀ। ਉਹ ਦਿਨ ਫਿਰ ਸਾਡੇ ਲਈ ਤਾਂ ਚਲੋ ਡਰਾਉਣੇ ਤਾਂ ਸਾਰੇ ਦਿਨ ਹੀ ਸੀਗੇ, ਉਹ ਦਿਨਾਂ 'ਤੇ ਸਾਡੇ ਜ਼ਿਆਦਾ ਹੌਲ ਪਏ ਵੀ ਹੁਣ ਪਤਾ ਹੀ ਨਹੀਂ ਕੀ ਹੋਣਾ, ਕਿਉਂਕਿ ਇਸ ਤੋਂ ਬਾਅਦ ਤਾਂ ਟਰੀਟਮੈਂਟ ਹੀ ਨਹੀਂ ਹੈਗਾ। ਜਿਹੜੇ ਕਹਿੰਦੇ ਸੀ ਯਾਰ ਕਰੋਨਾ ਦਾ ਬਾਈ ਕੁਛ ਨਹੀਂ ਹੈਗਾ, ਤੁਸੀਂ ਚੈੱਕ ਕਰਾ ਲਓ, ਡਾਕਟਰ ਤੁਹਾਨੂੰ ਐਵੇਂ ਤਾਂ ਨਹੀਂ ਬੁੱਧੂ ਬਣਾਈ ਜਾਂਦੇ। ਹੁਣ ਮੈਨੂੰ ਉੱਥੇ ਉਹਨਾਂ ਦੀ ਇਹ ਗੱਲ ਸੁਣ ਕੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਐਂ ਹੁੰਦਾ ਸੀ ਵੀ ਯਾਰ ਕੀ ਗੱਲਾਂ ਕਰ ਰਹੇ ਹੋ, ਵੀ ਬੰਦੇ ਦੇ ਐਕਸ-ਰੇ ਜਮਾਂ ਵਾਈਟ ਹੋਏ ਨੇ ਤਾਂ ਕਿਸੇ ਬਿਮਾਰੀ ਕਰਕੇ ਹੀ ਹੋਏ ਨੇ। ਮੈਂ ਕਿਹਾ ਜਿਹੜੇ ਬੰਦੇ ਨੂੰ ਪਿਛਲੇ 52 ਸਾਲਾਂ 'ਚ ਕੋਈ ਬਿਮਾਰੀ ਨਹੀਂ ਸੀਗੀ, ਤਾਂ ਇੱਕਦਮ ਉਹਦਾ ਇਹ ਹਾਲ ਥੋੜ੍ਹੀ ਹੋ ਸਕਦਾ। ਕਰੋਨਾ ਬਹੁਤ ਹੀ ਗੰਦੀ ਬਿਮਾਰੀ ਆ, ਬਹੁਤ ਵੱਡੀ ਬਿਮਾਰੀ ਆ। ਜਿਹਨੂੰ ਇਹ ਫੜ ਲੈਂਦੀ ਆ ਉਹਦਾ ਬਚਣਾ ਬਹੁਤ ਔਖਾ, ਜਿਹਨੂੰ ਨਹੀਂ ਕੁਛ ਕਹਿੰਦੀ ਉਹਨੂੰ ਕੁਛ ਹੀ ਨਹੀਂ ਕਹਿੰਦੀ। ਤੇ ਹੁਣ ਜਿਹੜੇ ਨਵੇਂ ਲੱਛਣ ਨਹੀਂ ਕਹਿ ਲਓ, ਵੀ ਜਿਹੜੇ ਬੰਦਿਆਂ ਤੇ ਇਫੈਕਟ ਕਰ ਰਹੀ ਹੈ, ਮੋਰ 50+ ਵਾਲਿਆਂ ਨੂੰ ਜ਼ਿਆਦਾ ਅਟੈਕ ਕਰ ਰਹੀ ਹੈ ਜੀ ਬਿਮਾਰੀ। ਪਹਿਲਾਂ ਫਿਰ ਵੀ ਸਮਝ ਆਉਂਦੇ ਸੀਗੇ, ਹੁਣ ਬਹੁਤ ਹੀ ਹੱਦ ਤੱਕ ਇਹ ਵੱਧ ਚੁੱਕੀ ਆ ਬਿਮਾਰੀ। ਸਿੰਪਟਮਸ ਹੀ ਨਹੀਂ ਆ ਰਹੇ, ਬੰਦੇ ਨੂੰ ਪਤਾ ਕਿੱਥੇ ਲੱਗੂਗਾ ਜੀ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਤੇ ਮੈਂ ਹਾਂ ਕੁਵਰਜੋਤ ਸਿੰਘ। ਕੁਛ ਦਿਨ ਪਹਿਲਾਂ ਪੰਜਾਬ ਪੁਲਿਸ ਦੇ DSP ਵਰਿੰਦਰਪਾਲ ਸਿੰਘ, ਜੋ ਸ਼ਾਹਕੋਟ ਉਹਨਾਂ ਦੀ ਪੋਸਟਿੰਗ ਸੀ, ਉਹਨਾਂ ਦੀ ਫੋਟੋਜ਼ ਜੋ ਹੈ ਬਹੁਤ ਵਾਇਰਲ ਹੋਈਆਂ। ਤਾਂ ਦੱਸ ਦਈਏ ਵੀ ਕਰੋਨਾ ਦੇ ਕਰਕੇ ਉਹਨਾਂ ਦੀ ਜੋ ਮੌਤ ਹੋਈ। ਲਗਾਤਾਰ ਪੰਜਾਬ ਵਿੱਚ ਕਰੋਨਾ ਵਾਇਰਸ ਦਾ ਕਹਿਰ ਜੋ ਵੱਧਦਾ ਜਾ ਰਿਹਾ ਹੈ। ਅੱਜ ਦੀ ਹੀ ਗੱਲ ਕਰੀਏ ਤਾਂ ਕੇਸਿਸ ਜੋ ਨੇ 2000 ਤੋਂ ਉੱਪਰ ਆਏ ਨੇ, ਪਰ ਕੁਛ ਕੁ ਲੋਕ ਨੇ ਜੋ ਇਹ ਕਹਿੰਦੇ ਨੇ ਵੀ ਕਰੋਨਾ ਹੈ ਹੀ ਨਹੀਂ। ਉਹ ਇੱਕ ਵਾਰੀ ਇਹਨਾਂ ਦੇ ਘਰ ਦੇ ਵੀ ਲੋਕਾਂ ਦੀ ਗੱਲ ਸੁਣਨ ਨਾਲ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਵੀ ਕੀ ਇਹ ਬਿਮਾਰੀ ਹੈ, ਕਿਸ ਤਰੀਕੇ ਨਾਲ ਇਹ ਬਿਮਾਰੀ ਖਤਰਨਾਕ ਹੋ ਸਕਦੀ ਹੈ। ਅਤੇ ਸਾਡੇ ਨਾਲ ਉਹਨਾਂ ਦੇ ਸਪੁੱਤਰ ਸਾਹਿਬ ਸਿੰਘ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੈਮ ਸਿੰਘ ਦੱਸੋਗੇ ਵੀ ਹੋਇਆ ਕੀ ਸੀ? ਵੀ ਸਾਰਾ ਜ਼ਰੂਰ ਫੋਟੋ ਸਾਰਿਆਂ ਨੇ ਦੇਖੀਆਂ, ਉਹ ਇੱਕ ਫੋਟੋ ਪੂਰੀ ਫੇਸਬੁੱਕ 'ਤੇ ਉਸ ਟਾਈਮ ਵਾਇਰਲ ਹੋਈ, ਪਰ ਗੱਲ ਕੀ ਸੀ, ਕਿੱਦਾਂ ਹੋਇਆ, ਕੀ ਹੋਇਆ, ਉਹ ਕਿਸੇ ਨੂੰ ਨਹੀਂ ਪਤਾ। ਉਸ ਬਾਰੇ ਦੱਸੋ ਵੀ ਕੀ ਹੋਇਆ ਕੀ ਸੀ? ਗੱਲ ਇੱਦਾਂ ਭਾਜੀ, ਹੁਣ ਜਿਹੜਾ ਕਰੋਨਾ ਨਵਾਂ ਆਇਆ, ਇਹ ਚੇਂਜ ਕਰ ਚੁੱਕਿਆ ਆਪਣੇ ਆਪ ਨੂੰ, ਮਿਊਟੇਟ ਹੋ ਚੁੱਕਿਆ ਇਹ। ਇਹਦਾ ਮੋਸਟਲੀ ਜਿੱਥੇ ਤੱਕ ਮੇਰੀ ਨਿਗਾਹ ਦੇ ਵਿੱਚ ਮੈਨੂੰ ਇਹੀ ਸੁਣਨ ਨੂੰ ਮਿਲਿਆ, ਇਹਦੇ ਲੱਛਣ ਨਹੀਂ ਪਤਾ ਲੱਗਦੇ ਬੰਦੇ ਨੂੰ। ਇਹੀ ਚੀਜ਼ ਸਾਡੇ ਨਾਲ ਹੋਈ। ਕੋਈ ਸਿੰਪਟਮ ਨਹੀਂ ਸੀਗਾ ਜੀ, ਕੁਛ ਵੀ ਨਹੀਂ ਸੀਗਾ, ਕੋਈ ਕਫ ਨਹੀਂ, ਕੋਈ ਕੋਲਡ ਨਹੀਂ, ਕੋਈ ਫੀਵਰ ਨਹੀਂ। ਆਪਦਾ ਚੰਗਾ ਭਲਾ ਆਪਦੇ ਪੈਰਾਂ 'ਤੇ ਤੁਰ ਕੇ ਵਧੀਆ ਘਰੇ ਆਏ ਨੇ। 6 ਤਰੀਕ ਨੂੰ ਰਾਤ ਨੂੰ ਘਰੇ ਆਏ ਨੇ ਸ਼ਾਹਕੋਟ ਤੋਂ, ਠੀਕ ਹੈ ਜੀ। 7 ਤਰੀਕ ਨੂੰ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਥੋੜ੍ਹੀ ਜਿਹੀ ਯੂਰਨ ਦੀ ਪ੍ਰੋਬਲਮ ਆ ਰਹੀ ਆ। ਮੇਰੇ ਨਾਲ ਡਿਸਕਸ ਕੀਤੀ ਉਹਨਾਂ ਨੇ, ਮੌਮ ਨੂੰ ਤਾਂ ਨਹੀਂ ਦੱਸਿਆ ਵੀ ਕਿਤੇ ਟੈਨਸ਼ਨ ਨਾ ਲੈ ਜਾਣ। ਉਹਨਾਂ ਨੇ 8 ਨੂੰ ਵਾਪਸ ਡਿਊਟੀ 'ਤੇ ਜਾਣਾ ਸੀਗਾ। ਮੈਂ ਉਹਨਾਂ ਨੂੰ ਕਿਹਾ ਵੀ ਡੈਡ ਆਪਾਂ ਡਿਊਟੀ 'ਤੇ ਫੇਰ ਜਾਵਾਂਗੇ, ਪਹਿਲਾਂ ਆਪਾਂ ਟੈਸਟ ਕਰਵਾ ਲਈਏ, ਕਿਉਂਕਿ ਅੰਗੈਲੀ ਨਹੀਂ ਕਰਨਾ ਚਾਹੁੰਦੇ। ਫਿਰ ਵੀ ਕਰੋਨਾ ਦਾ ਡਰ ਤਾਂ ਹੈਗਾ ਹੀ ਸੀ ਸਾਰੇ ਪਾਸੇ, ਬਟ ਸਾਨੂੰ ਸੀਗਾ ਵੀ ਕਿਡਨੀ ਦੀ ਕਈ ਵਾਰੀ ਬੰਦੇ ਦੇ ਪੱਥਰੀ ਹੁੰਦੀ ਆ ਜਾਂ ਕੁਛ ਇੱਦਾਂ ਦੇ ਸੀਨ ਹੋਊਗਾ, ਆਪਾਂ ਟੈਸਟ ਕਰਵਾ ਲੈਂਦੇ ਹਾਂ ਜਾ ਕੇ। 8 ਤਰੀਕ ਨੂੰ ਸਵੇਰੇ ਮੈਂ ਉਹਨਾਂ ਨੂੰ 10 ਕੁ ਵਜੇ ਦੇ ਕਰੀਬ SPS ਆਪਣੇ ਲੁਧਿਆਣੇ ਹੌਸਪੀਟਲ ਦੇ ਵਿੱਚ ਲੈ ਗਿਆ, ਕਿਉਂਕਿ ਉਹਨਾਂ ਦੀ ਰੂਟੀਨ ਚੈੱਕਅਪ ਵੀ ਪਹਿਲਾਂ ਉੱਥੇ ਹੀ ਹੁੰਦਾ ਸੀ।
ਮੈਂ ਇੱਥੇ ਦੱਸਦਾ ਚਾਹੁੰਦਾ ਵੀ ਅੱਗੇ ਉਹਨਾਂ ਨੂੰ ਕੋਈ ਬੋਡੀ 'ਚ ਇੱਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਸੀ, ਕੋਈ ਡਾਇਬਟਿਕ ਨਹੀਂ ਸੀਗੇ ਜਾਂ ਕੁਝ ਵੀ, ਬਿਲਕੁਲ ਫਿੱਟ ਸੀਗੇ। ਬਟ ਸਾਡੀ ਸ਼ੁਰੂ ਤੋਂ ਆਦਤ ਸੀਗੀ ਰੂਟੀਨ ਚੈੱਕਅਪ ਅਸੀਂ ਕਰਾਉਂਦੇ ਰਹਿੰਦੇ ਸੀ, ਕਿਉਂਕਿ ਇਹ ਸਿਹਤ ਲਈ ਚੰਗੀ ਗੱਲਾਂ ਹੁੰਦੀਆਂ ਨੇ, ਬੰਦਾ ਆਪਦਾ ਚੈੱਕਅਪ ਕਰਾ ਲੇ ਜਾਂ ਹੋਰ। ਉਸੇ ਤਰੀਕੇ ਦੀ ਅਸੀਂ ਚਲੇ ਗਏ ਉੱਥੇ ਵੀ, ਚੱਲਣ ਵਾਲੇ ਰੂਟੀਨ ਚੈੱਕਅਪ ਹੋ ਜੂ, ਨਾਲੇ ਪਤਾ ਲੱਗ ਜੂ ਵੀ ਯੂਰਨ ਦੀ ਕੀ ਪ੍ਰੋਬਲਮ। ਉੱਥੇ ਜਾ ਕੇ ਡਾਕਟਰ ਗੌਤਮ MD ਡਾਕਟਰ ਬਹੁਤ ਹੀ ਕਾਬਲ ਡਾਕਟਰ ਨੇ। ਸਾਡੇ ਪਹਿਲਾਂ ਵੀ ਕਈ ਮਰੀਜ਼ ਉਹਨਾਂ ਨੇ, ਫੈਮਿਲੀ ਮੈਂਬਰ ਜਿਹੜੇ ਕਰੋਨਾ ਪੀਰੀਅਡ ਸੀਗੇ ਉਹਨਾਂ ਕੋਲੋਂ ਠੀਕ ਹੋ ਕੇ ਗਏ ਸੀਗੇ। ਅਸੀਂ ਉਹਨਾਂ ਕੋਲ ਚਲੇ ਗਏ ਸਿੱਧਾ, ਉੱਥੇ ਜਾ ਕੇ ਚੈੱਕਅਪ ਕਰਵਾਇਆ ਅਤੇ ਉਹਨਾਂ ਨੇ ਸਾਨੂੰ ਦੇਖ ਕੇ ਦੱਸਿਆ ਵੀ ਇਹਨਾਂ ਦੀ ਚੈਸਟ ਬਲੋਕ ਹੋਈ ਆ ਪੂਰੀ, ਅਤੇ ਕਫ ਤਾਂ ਕੋਈ ਹੈ ਨਹੀਂ ਸੀਗਾ, ਬਟ ਉਹ ਕਹਿੰਦੇ ਵੀ ਮੇ ਬੀ ਇਟਸ ਅ ਸਿੰਪਟਮ ਆਫ ਕਰੋਨਾ, ਕਿਉਂਕਿ ਅੱਜ ਕੱਲ੍ਹ ਮਿਊਟੇਟ ਹੋਇਆ ਕਰੋਨਾ, ਅਤੇ ਆਪਾਂ ਨੂੰ ਸਾਰੇ ਇਹਨਾਂ ਦੇ ਬੋਡੀ ਟੈਸਟ ਕਰਵਾਉਣੇ ਪੈਣੇ ਨੇ, ਨਾਲ CT ਸਕੈਨ ਕਰਵਾਉਣੀ ਪੈਣੀ ਆ। ਅਤੇ ਉਹਨਾਂ ਨੇ ਸਾਨੂੰ ਐਡਮਿਟ ਹੋਣ ਲਈ ਉੱਥੇ ਕਿਹਾ ਅਤੇ ਨਾਲ ਹੀ ਕਰੋਨਾ ਟੈਸਟ ਕਰਾ ਲਿਆ। ਕਰੋਨਾ ਟੈਸਟ ਆਉਂਦਾ ਤਾਂ 24 ਘੰਟੇ 'ਚ ਰਿਪੋਰਟ, ਬਟ ਉਹ ਕਹਿੰਦੇ ਵੀ ਜੇ ਰਿਸਕ ਨਾ ਲੈਂਦੇ ਹੋਏ ਆਪਾਂ ਤੁਹਾਨੂੰ ਅੱਜ ਹੀ ਐਡਮਿਟ ਕਰ ਲੈਂਦੇ ਹਾਂ, ਅਗਰ ਨਾ ਕੁਛ ਹੋਇਆ ਤਾਂ ਬੰਦਾ ਡਿਸਚਾਰਜ ਹੋ ਜਾਊਗਾ। ਬਟ ਉਹਨਾਂ ਦੀ 3-4 ਘੰਟਿਆਂ ਬਾਅਦ CT ਸਕੈਨ ਦੀ ਰਿਪੋਰਟ ਆਈ ਅਤੇ ਉਹਦੇ ਵਿੱਚ ਫੁੱਲੀ ਕਲੀਅਰ ਹੋ ਗਿਆ ਵੀ ਇਹਨਾਂ ਨੂੰ ਪ੍ਰੋਪਰ ਕੋਵਿਡ ਸੀਗਾ। ਕੋਵਿਡ ਰੇਸ਼ੋ 18 ਸੀਗੀ ਆਊਟ ਆਫ 20, ਅਤੇ CT ਸਕੈਨ ਦੇ ਵਿੱਚ ਲੰਗਸ ਪੂਰੇ ਹੀ ਇਨਫੈਕਟਡ ਸੀਗੇ, ਬਹੁਤ ਜ਼ਿਆਦਾ ਹੱਦ ਤੱਕ ਵਧਿਆ ਹੋਇਆ ਸੀਗਾ। ਬਟ ਉਸ ਟਾਈਮ ਲੰਗਸ ਦੀ ਰਿਕਵਰੀ ਨਾਲੋਂ ਜ਼ਿਆਦਾ ਮੇਨ ਮੁੱਦੇ ਦੀ ਗੱਲ ਆ ਗਈ ਸੀ, ਕਿਡਨੀ 'ਤੇ ਇਫੈਕਟ ਪੈਣਾ ਸ਼ੁਰੂ ਹੋ ਗਿਆ ਸੀ। ਕਿਡਨੀ ਦੇ ਕ੍ਰੈਟਨਾਈਨ ਉਹਨਾਂ ਦੇ 5.6 ਤੋਂ 5.7 ਦੀ ਰੇਂਜ ਸੀਗੇ, ਅਤੇ ਡਾਕਟਰਸ ਨੇ ਮੈਨੂੰ ਸਾਫ਼ ਕਹਿਤਾ ਸੀਗਾ ਵੀ ਕੰਡੀਸ਼ਨ ਬਹੁਤ ਜ਼ਿਆਦਾ ਕ੍ਰਿਟੀਕਲ ਆ, ਕਿਉਂਕਿ ਇਹ ਮਲਟੀ ਔਰਗਨ ਬਣ ਗਿਆ। ਮਲਟੀ ਔਰਗਨ ਦੇ ਵਿੱਚੋਂ ਪਹਿਲਾਂ ਉਹਨਾਂ ਨੂੰ ਕਿਡਨੀ 'ਚੋਂ ਬਾਹਰ ਕੱਢਣਾ ਸੀਗਾ, ਤਾਂ ਕਰਕੇ ਸਟੀਰੋਇਡਸ ਵੀ ਨਹੀਂ ਦੇ ਸਕਦੇ। ਉਹਨਾਂ ਨੇ ਕਿਡਨੀ ਦਾ ਟਰੀਟਮੈਂਟ ਸ਼ੁਰੂ ਕੀਤਾ। ਅਗਲੇ 3 ਦਿਨਾਂ ਦੇ ਵਿੱਚ ਰਿਕਵਰੀ ਹੋ ਗਈ ਕਿਡਨੀ ਦੀ। ਰਿਕਵਰੀ ਇਸ ਵਧੀਆ ਤਰੀਕੇ ਨਾਲ ਹੋਈ ਕਿ ਕਿਡਨੀ ਪੂਰੀ ਹੀ ਸੈੱਟ ਹੋ ਗਈ, ਉਹ ਕਿਡਨੀ ਆਊਟ ਆਫ ਡੇਂਜਰ ਹੋ ਗਈ, ਪੂਰੀ ਨੋਰਮਲ ਵਰਕਿੰਗ ਸ਼ੁਰੂ ਹੋ ਗਈ। ਫਿਰ ਉਹਨਾਂ ਨੇ ਸਟੀਰੋਇਡਸ ਦੇ ਕੇ ਲੰਗਸ ਦਾ ਟਰੀਟਮੈਂਟ ਸ਼ੁਰੂ ਕਰਵਾ ਲਿਆ ਆਪਦਾ। ਇਲਾਜ ਚੱਲਦਾ ਰਿਹਾ। ICU ਦੇ ਵਿੱਚ ਹੀ ਰਹੇ ਨੇ, ਬਾਹਰ ਤਾਂ ਆਏ ਨਹੀਂ ICU ਦੇ। ਅਤੇ ਵਿੱਚ ਕੁ ਸਾਨੂੰ ਡਾਕਟਰਾਂ ਨੇ ਕਿਹਾ ਵੀ ਸੀਗਾ ਵੀ ਸ਼ਾਇਦ ਮੇ ਬੀ ਤੁਹਾਨੂੰ ਅਸੀਂ ਰੂਮ 'ਚ ਸ਼ਿਫਟ ਕਰ ਦਾਂਗੇ, ਕਿਉਂਕਿ ਆਕਸੀਜਨ ਥੋੜ੍ਹੀ ਸਟੇਬਲ ਹੋ ਰਹੀ ਹੈ ਇਹਨਾਂ ਦੀ। ਬਟ ਥੋੜ੍ਹੇ ਦਿਨਾਂ ਬਾਅਦ ਹੀ ਆਕਸੀਜਨ ਸਟੇਬਲ ਹੋਣ ਦੀ ਬਜਾਏ ਸੈਚੂਰੇਸ਼ਨ ਹੋਰ ਘਟਣ ਲੱਗ ਗਈ। ਮਾਸਕ ਛੋਟੇ ਤੋਂ ਵੱਡੇ 'ਤੇ ਆ ਗਏ, ਆਕਸੀਜਨ ਲੈਵਲ ਵੱਡੇ ਮਾਸਕਾਂ ਦੇ ਵਿੱਚ ਵੱਧ ਹੁੰਦਾ, ਤਾਂ ਕਰਕੇ ਉਹ ਥੋੜ੍ਹੀ ਖਤਰੇ ਵਾਲੀ ਗੱਲ ਜ਼ਿਆਦਾ ਲੱਗਣ ਲੱਗ ਗਈ ਸਾਨੂੰ। ਅਤੇ ਇੰਨੇ ਹੀ ਚੱਲਦੇ ਅਤੇ ਉਹਨਾਂ ਦੇ ਇੱਕ ਵਾਰੀ ਫਿਰ ਡਾਕਟਰਾਂ ਨੇ ਸਾਨੂੰ ਉਮੀਦ ਜੀ ਜਗਾਤੀ, ਬਟ ਕਹਿੰਦੇ ਉਹ ਪਹਿਲੇ ਦਿਨ ਤੋਂ ਹੀ ਰਹੇ ਵੀ ਕ੍ਰਿਟੀਕਲ ਨੇ, ਵਿੱਚ ਉਹ ਥੋੜ੍ਹੇ ਸਟੈਟਿਕ 'ਤੇ ਆ ਗਏ ਵੀ ਹੁਣ ਕ੍ਰਿਟੀਕਲ ਤੋਂ ਸਟੈਟਿਕ ਪੋਜੀਸ਼ਨ ਆ ਗਈ ਆ, ਵੀ ਹੁਣ ਨਾ ਜ਼ਿਆਦਾ ਡਾਊਨ ਜਾ ਰਹੇ ਨੇ ਜਾਂ ਜ਼ਿਆਦਾ ਅਪ ਜਾ ਰਹੇ ਨੇ, ਮੇ ਬੀ ਇਟਸ ਅ ਗੁੱਡ ਸਾਈਨ। ਅਤੇ ਉਹਨਾਂ ਨੇ ਕਿਹਾ ਵੀ ਜੇ ਇਸੇ ਸਪੀਡ ਨਾਲ ਰਿਕਵਰੀ ਰਹੀ ਤਾਂ ਅਸੀਂ ਤੁਹਾਨੂੰ ਸ਼ਾਇਦ ਅਗਲੇ ਹਫ਼ਤੇ ਡਿਸਚਾਰਜ ਵੀ ਕਰ ਦਾਂਗੇ। ਬਟ ਨਾਲ ਉਹ ਹਮੇਸ਼ਾ ਫਿਰ ਸਾਨੂੰ ਵਾਰਨਿੰਗ ਦਿੰਦੇ ਸੀ ਵੀ ਜਦ ਤੱਕ ਮਾਸਕ ਉਤਰਦੇ ਨਹੀਂ ਉਦੋਂ ਤੱਕ ਤੁਸੀਂ ਫੁੱਲੀ ਸੇਫ ਨਹੀਂ ਹੈਗੇ। ਅਤੇ ਇੱਕ ਦਿਨ ਡੈਡ ਸਵੇਰੇ ਆਪਦਾ ਜਿਵੇਂ ਸੋ ਕੇ ਉੱਠੇ ਤਾਂ ਉਹਨਾਂ ਦੀ ਕੇਅਰ ਹੁੰਦੀ ਸੀ ਉੱਥੇ, ਕੱਪੜੇ ਵਗੈਰਾ ਜਿਵੇਂ ਚੇਂਜ ਕਰਨੇ ਹੁੰਦੇ, ਜਦੋਂ ਉਹ ਕਰਦੇ ਪਏ ਸੀਗੇ ਤਾਂ ਉਹਨਾਂ ਦਾ BP ਸ਼ੂਟ ਹੋਣ ਲੱਗ ਗਿਆ, BP ਵਧਣ ਲੱਗ ਗਿਆ ਮੋਨੀਟਰ 'ਤੇ। ਅਤੇ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਮੈਨੂੰ ਥੋੜ੍ਹੀ ਘਬਰਾਹਟ ਹੋ ਰਹੀ ਆ, ਵੀ ਮੈਨੂੰ ਛੱਡ ਦਿਓ, ਮੈਨੂੰ ਤੰਗ ਨਾ ਕਰੋ। ਅਸੀਂ ਉਹਨਾਂ ਨੂੰ ਕਿਹਾ ਵੀ ਕਿਤੇ ਚੱਲ ਦਵਾਈਆਂ ਚੱਲਦੀਆਂ ਨੇ ਉਹਨਾਂ ਦੀਆਂ, ਹੈਵੀ ਡੋਜ਼ ਆਉਂਦੀਆਂ ਨੇ ਜੀ, ਉਹਦੇ ਕਰਕੇ ਹੋ ਗਿਆ ਹੋਣਾ, ਹੁਣ ਸਾਨੂੰ ਥੋੜ੍ਹੀ ਮੈਡੀਕਲੀ ਟਰਮਸ ਦਾ ਇੰਨਾ ਪਤਾ ਕੀ ਆ। ਅਤੇ ਅਸੀਂ ਤਾਂ ਬੈਠੇ ਰਹੇ, ਅਤੇ ਉਸ ਤੋਂ 3-4 ਘੰਟਿਆਂ ਬਾਅਦ ਮੈਂ ਨੋਟ ਕੀਤਾ BP ਬਹੁਤ ਜ਼ਿਆਦਾ ਸ਼ੂਟ ਕਰ ਰਿਹਾ ਸੀਗਾ। ਮੈਂ ਡਾਕਟਰਸ ਨਾਲ ਗੱਲ ਕੀਤੀ, ਉਹਨਾਂ ਦਾ ਵੀ ਇਹੀ ਜਵਾਬ ਵੀ ਹੋ ਜਾਂਦਾ ਹੁੰਦਾ ਜੀ, ਇਹ ਪੇਸ਼ੈਂਟਸ ਦਾ ਅਪ ਡਾਊਨ ਤਾਂ ਚੱਲਦੇ ਰਹਿੰਦੇ ਹੁੰਦੇ ਨੇ BP ਦੇ। ਬਟ ਕੁਝ ਸਮੇਂ ਬਾਅਦ ਉਹਨਾਂ ਦੇ ਨੱਕ 'ਚੋਂ ਬਲੱਡ ਆ ਗਿਆ, ਬਲੱਡ ਥੋੜ੍ਹਾ ਆਇਆ, ਜ਼ਿਆਦਾ ਨਹੀਂ ਆਇਆ। ਉਹ ਵੀ ਇਹ ਚੀਜ਼ ਨੂੰ ਦੇਖ ਕੇ ਥੋੜ੍ਹਾ ਘਬਰਾਏ ਵੀ ਇੱਦਾਂ ਬਲੱਡ ਆਉਣਾ। ਮੈਨੂੰ ਠੀਕ ਨਹੀਂ ਲੱਗਿਆ, ਵੀ ਮੈਂ ਡਾਕਟਰਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਜੀ, ਇਹਨਾਂ ਦੇ ਆਕਸੀਜਨ ਮਾਸਕ ਲੱਗੇ ਹੋਏ ਨੇ, ਉਹਦੇ ਕਰਕੇ ਵੀ ਇਹ ਚੀਜ਼ ਹੋ ਸਕਦੀ ਆ, ਆਕਸੀਜਨ ਮਾਸਕ ਕਰਕੇ ਵੀ। ਅਤੇ ਉੱਦਾਂ ਵੀ ਦਵਾਈ ਹੈਵੀ ਡੋਜ਼ ਚੱਲ ਰਹੀਆਂ ਨੇ, ਉਹਦਾ ਵੀ ਇਫੈਕਟ ਹੋ ਸਕਦਾ। BP ਉਹਨਾਂ ਦਾ ਇੱਕ ਦਿਨ ਦੇ ਵਿੱਚ ਸੈੱਟ ਹੋਇਆ, ਮਤਲਬ ਕਿ ਥੋੜ੍ਹਾ ਸਟੇਬਲ ਹੋਣ ਲੱਗ ਗਿਆ, ਪੂਰਾ ਸੈੱਟ ਨਹੀਂ ਹੋਇਆ। ਬਟ ਉਹਨਾਂ ਦੀ ਸੈਚੂਰੇਸ਼ਨ ਦੁਬਾਰਾ ਘਟਣ ਲੱਗ ਗਈ, ਜਿਹੜੀ ਕਿ ਪਿਛਲੇ 2 ਦਿਨਾਂ ਤੋਂ ਮੇਨਟੇਨ ਹੋ ਰਹੀ ਸੀਗੀ। ਇਸ ਦੌਰਾਨ ਐਕਸਰੇ ਵੀ ਬਹੁਤ ਵਧੀਆ ਆਇਆ ਸੀ ਪਹਿਲਾਂ ਨਾਲੋਂ, ਇਹ ਨਹੀਂ ਕਹਿ ਸਕਦੇ ਵੀ ਕੋਈ ਇੰਪਰੂਵਮੈਂਟ ਨਹੀਂ ਹੋਈ ਸੀ, ਵਧੀਆ ਹੋ ਗਈ ਸੀ। ਬਟ ਉਹੀ ਐਕਸਰੇ ਦੁਬਾਰਾ ਖ਼ਰਾਬ ਹੋਣ ਲੱਗ ਗਿਆ। ਜਦੋਂ ਦੁਬਾਰਾ ਐਕਸਰੇ ਖ਼ਰਾਬ ਹੋਇਆ ਤਾਂ ਡਾਕਟਰਸ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਨਾਲ ਸਾਨੂੰ ਨੈਕਸਟ ਟਰੀਟਮੈਂਟ ਬਾਰੇ ਵੀ ਸਲਾਹ ਦਿੱਤੀ। ਟਰੀਟਮੈਂਟ ਡਾਕਟਰਸ ਵੱਲੋਂ ਕੋਈ ਉਹ ਨਹੀਂ ਵੀ ਕੋਈ ਲਾਪਰਵਾਹੀ ਨਹੀਂ ਸੀ, ਡਾਕਟਰ ਦਾ ਟਰੀਟਮੈਂਟ ਬਹੁਤ ਵਧੀਆ ਸੀ। ਮੋਰ ਓਵਰ ਇੰਨੇ ਟਾਈਮ ਦੇ ਵਿੱਚ ਪੰਜਾਬ ਪੁਲਿਸ ਮਹਿਕਮਾ ਆਪ ਇਨਵੋਲਵ ਹੋ ਗਿਆ ਸੀ,
ਮੇਰੇ ਫਾਦਰ ਸਾਹਿਬ ਦੇ ਜਿਹੜੇ ਸੀਨੀਅਰ ਆਪਣੇ ਐਸਐਸਪੀ ਡਾਕਟਰ ਸੰਦੀਪ ਗਰਗ, ਉਹਨਾਂ ਨੇ ਆਪ ਵਿੱਚ ਇੰਟਰਸਟ ਲਿਆ। ਜਦੋਂ ਉਹਨਾਂ ਕੋਲ ਗੱਲ ਪਹੁੰਚੀ ਤਾਂ ਉਹਨਾਂ ਨੇ ਲੋੜੀਂਦਾ ਟਰੀਟਮੈਂਟ ਉੱਥੇ ਹੀ ਅਵੇਲੇਬਲ ਕਰਵਾਇਆ, ਜਿਹੜਾ ਕਿ ਦਿੱਲੀ ਵਰਗੀ ਸਿਟੀਜ਼ ਦੇ ਵਿੱਚ ਅਵੇਲੇਬਲ ਸੀਗਾ। ਉਹਨਾਂ ਨੇ ਆਪ ਵਿੱਚ ਪੈ ਕੇ ਸਾਰੀ ਸਾਡੀ ਮਦਦ ਕੀਤੀ, ਬਹੁਤ ਸਪੋਰਟ ਕੀਤੀ ਸਾਨੂੰ। ਬਟ ਜਦੋਂ ਕੰਡੀਸ਼ਨ ਡਾਊਨ ਹੋਣ ਲੱਗ ਗਈ ਤਾਂ ਸਾਨੂੰ ਉਹਨਾਂ ਨੇ 24 ਤਰੀਕ ਨੂੰ ਕਹਿਤਾ ਜੀ ਵੀ ਵੈਂਟੀਲੇਟਰ 'ਤੇ ਸ਼ਿਫਟ ਕਰਨੇ ਪੈਣਗੇ, ਜਿਸ ਹਿਸਾਬ ਨਾਲ ਇਹਨਾਂ ਦੀ ਕੰਡੀਸ਼ਨ ਆ। ਬਟ ਵਿਲ ਪਾਵਰ ਸਟਰੋਂਗ ਆ ਮੇਰੇ ਫਾਦਰ ਦੀ, ਪਹਿਲੇ ਦਿਨ ਤੋਂ ਹੀ ਬਹੁਤ ਦਲੇਰੀ ਸੀ ਉਹਨਾਂ 'ਚ, ਅਤੇ ਡਾਕਟਰਸ ਨੇ ਵੀ ਇਹੀ ਗੱਲ ਕਹੀ ਵੀ ਵਿਲ ਪਾਵਰ ਇਹਨਾਂ ਦੀ ਸਟਰੋਂਗ ਆ, ਸ਼ਾਇਦ ਆਪਾਂ ਨਿਕਲ ਆਈਏ ਇੱਦਾਂ ਹੀ ਇਸ ਬਿਮਾਰੀ 'ਚੋਂ, ਵੀ ਇਹ ਵਿਲ ਪਾਵਰ ਦੇ ਸਿਰ 'ਤੇ ਹੀ ਆ। ਮੈਡੀਕਲੀ ਇਹਦਾ ਟਰੀਟਮੈਂਟ ਤਾਂ ਹੈ ਨਹੀਂ, ਮੈਡੀਕਲੀ ਤਾਂ ਸਿਰਫ ਆਪਾਂ ਦਵਾਈਆਂ ਦੇ ਕੇ ਇਹਨੂੰ ਕਿਉਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਬਟ 24 ਤਰੀਕ ਤੋਂ ਹਾਲਾਤ ਖ਼ਰਾਬ ਹੁੰਦੇ ਹੁੰਦੇ 26 ਤੱਕ ਬਹੁਤ ਜ਼ਿਆਦਾ ਹੀ ਖ਼ਰਾਬ ਹੋ ਗਏ। 26 ਤਰੀਕ ਨੂੰ 11:30-12 ਵਜੇ ਦੁਪਹਿਰ ਦੇ ਨੇੜੇ ਤੇੜੇ ਇਹਨਾਂ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰਨਾ ਪਿਆ। ਵੈਂਟੀਲੇਟਰ 'ਤੇ ਸ਼ਿਫਟ ਕਰਨ ਤੋਂ ਬਾਅਦ ਵੀ ਆਕਸੀਜਨ ਸੈਚੂਰੇਸ਼ਨ 'ਚ ਕੋਈ ਸੁਧਾਰ ਨਹੀਂ ਆਇਆ, ਜੋ ਕਿ ਬਹੁਤ ਖਤਰੇ ਵਾਲੀ ਗੱਲ ਸੀਗੀ। ਤਾਂ ਫਿਰ ਇੱਕ ਐਕਮੋ ਹੁੰਦੀ ਆ ਟਰੀਟਮੈਂਟ, ਉਹਦੇ ਵਿੱਚ ਬਲੱਡ ਨੂੰ ਬੋਡੀ 'ਚੋਂ ਬਾਹਰ ਕੱਢ ਕੇ ਆਕਸੀਡਾਈਜ਼ ਕਰਕੇ ਦੁਬਾਰਾ ਪਾਇਆ ਜਾਂਦਾ, ਉਹਦੇ 'ਤੇ ਸ਼ਿਫਟ ਕਰਤਾ। ਉਹ ਨਾਲ ਚੱਲਿਆ ਐਕਮੋ ਪਲੱਸ ਵੈਂਟੀਲੇਟਰ। ਉਹ ਲਾਉਣ ਤੋਂ ਬਾਅਦ 48 ਘੰਟੇ ਦੇ ਵਿੱਚ ਬੋਡੀ ਦੇ ਅਸਰ ਪਤਾ ਲੱਗਦਾ ਹੁੰਦਾ ਵੀ ਉਹ ਕਿਸ ਹਿਸਾਬ ਨਾਲ ਕਰ ਰਹੀ ਆ। ਡਾਕਟਰਾਂ ਨੇ ਸਾਨੂੰ ਦੱਸਿਆ ਸੀ 48 ਕੁ ਘੰਟਿਆਂ 'ਚ ਆਪਾਂ ਨੂੰ ਪਤਾ ਲੱਗ ਜੂ ਇਹ ਸਫਲ ਆ ਕਿ ਨਹੀਂ। ਬਟ 48 ਘੰਟੇ ਦੇ ਵਿੱਚ ਬੋਡੀ ਦੇ ਸਾਰੇ ਔਰਗਨਸ ਵਧੀਆ ਤਰੀਕੇ ਨਾਲ ਆਪਦੀ ਵਰਕਿੰਗ ਕਰਨ ਲੱਗ ਗਏ। ਇਹਨੂੰ ਆਪਾਂ ਆਰਟੀਫਿਸ਼ੀਅਲ ਲੰਗਸ ਵੀ ਕਹਿ ਦਿੰਦੇ ਹਾਂ ਇੱਕ ਤਰ੍ਹਾਂ, ਬਸ ਕਿਉਂਕਿ ਉਹਨਾਂ ਨੇ ਬਾਕੀ ਸਾਰੇ ਸਰੀਰ ਨੂੰ ਚਲਾਉਣਾ, ਲੰਗਸ ਨੂੰ ਆਪਣਿਆਂ ਨੂੰ ਸਾਹ ਦੇ ਦੇਣਾ, ਰੈਸਟ 'ਤੇ ਕਰ ਦਿੰਦੇ ਨੇ, ਰੈਸਟ ਹੁੰਦੀ ਆ ਉਹਦੇ ਨਾਲ। ਇੱਦਾਂ ਹੀ ਉਦੋਂ ਤੋਂ ਚੱਲ ਪਿਆ ਤਾਂ 10 ਦਿਨ ਬਹੁਤ ਵਧੀਆ ਚੱਲਿਆ ਸਾਰਾ ਪ੍ਰੋਸੈਸ। ਵਿੱਚ ਅੱਖਾਂ ਵੀ ਉਹਨਾਂ ਨੇ ਪ੍ਰੋਪਰ ਖੋਲ੍ਹੀਆਂ, ਰਿਸਪੌਂਸ ਦੇਣ ਲੱਗ ਗਏ ਸਾਨੂੰ। ਮਤਲਬ ਕਿ ਮੇਰਾ ਹੱਥ ਵੀ ਫੜਦੇ ਸੀਗੇ, ਅੱਖਾਂ ਨਾਲ ਜਵਾਬ ਵੀ ਦਿੰਦੇ ਸੀ, ਅੱਖਾਂ ਹਿਲਾਉਂਦੇ ਸੀ ਜਿਵੇਂ ਆਪਾਂ ਹਾਂ ਜਾਂ ਨਾ 'ਚ ਕਰਦੇ। ਤਾਂ ਇੱਕ ਵਾਰੀ ਲੱਗਿਆ ਹੋਣਾ ਵੀ ਹਾਂਜੀ ਮੇਰੇ ਫਾਦਰ ਠੀਕ ਹੋ ਰਹੇ ਆ। ਸਾਰਿਆਂ ਨੂੰ ਇਹੀ ਲੱਗਿਆ ਸੀਗਾ ਜੀ। ਮੈਂ ਸਾਰਿਆਂ ਨਾਲ ਹੀ ਗੱਲ ਕੀਤੀ, ਖੁਸ਼ ਹੋ ਕੇ ਮੈਂ ਦੱਸਣ ਲੱਗ ਗਿਆ ਸਭ ਨੂੰ ਵੀ ਹਾਂਜੀ ਰਿਕਵਰੀ ਹੋਣ ਲੱਗੀ ਆ ਜੀ। ਮੇ ਵੀ ਆਪਾਂ ਅਗਲੇ 10-15 ਦਿਨਾਂ ਦੇ ਵਿੱਚ ਮੈਂ ਆਪਣੇ ਡੈਡ ਨੂੰ ਠੀਕ ਕਰਕੇ ਘਰੇ ਲਿਆਉਂਗਾ, ਮੇਰੀ ਮਿਹਨਤ ਸਫਲ ਹੋ ਜੂਗੀ। ਮੈਂ 24 ਘੰਟੇ ਉੱਥੇ ਹੀ ਰਹਿੰਦਾ ਹੁੰਦਾ ਸੀਗਾ ਜੀ। 24 ਚੋਂ ਮੈਂ 2 ਘੰਟਿਆਂ ਵਾਸਤੇ ਘਰੇ ਆਉਣਾ, ਆਪਦਾ ਨਹਾ ਧੋ ਕੇ ਦੁਬਾਰਾ ਕੱਪੜੇ ਕੁੱਪੜੇ ਪਾ ਕੇ ਉੱਥੇ ਹੀ ਚੱਲ ਜਾਣਾ। ਸਾਡਾ ਰਹਿਣਾ ਸਹਿਣਾ ਉੱਥੇ ਗੱਡੀ 'ਚ ਜਾਂ ਉਹਨਾਂ ਦੇ ਨੇੜੇ ਇੱਦਾਂ ਹੀ ਚੱਲੀ ਗਿਆ ਸਾਰੀ ਫੈਮਿਲੀ ਦਾ। ਅਤੇ ਜਦੋਂ ਉੱਥੇ 10 ਕੁ ਦਿਨ ਟੱਪੇ ਦਾ 11ਵੇਂ ਦਿਨ ਦੁਬਾਰਾ ਐਕਮੋ 'ਤੇ ਉੱਦਾਂ ਦੀ ਸਿਚੁਏਸ਼ਨ ਦੁਬਾਰਾ ਆਉਣ ਲੱਗ ਗਈ, ਜਿਹੜੀ ਕਿ ਵੈਂਟੀਲੇਟਰ ਤੋਂ ਪਹਿਲਾਂ ਹੋ ਰਹੀ ਸੀ। ਸੈਚੂਰੇਸ਼ਨ ਦਾ ਹੀ ਚੱਕਰ ਪੈਂਦਾ ਸੀਗਾ, ਸੈਚੂਰੇਸ਼ਨ ਦੁਬਾਰਾ ਘਟਣ ਲੱਗ ਗਈ ਬੋਡੀ ਦੀ। ਸੈਚੂਰੇਸ਼ਨ ਘਟੀ ਤਾਂ ਮੈਂ ਡਾਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਜਦੋਂ ਐਕਮੋ 'ਤੇ ਸ਼ਿਫਟ ਕੀਤੇ ਸੀ ਉਦੋਂ ਇੱਕ ਵਾਰ ਸਲਾਹ ਦਿੱਤੀ ਸੀ ਲੰਗਸ ਟਰਾਂਸਪਲਾਂਟ ਦੀ। ਉਹ ਕਹਿੰਦੇ ਵੀ ਹੁਣ ਇਸ ਤੋਂ ਬਾਅਦ ਤਾਂ ਉਹੀ ਹੀਲਾ, ਲੰਗ ਟਰਾਂਸਪਲਾਂਟ ਕਰਾਉਣਾ ਪੈਣਾ। ਅਤੇ ਲੰਗ ਟਰਾਂਸਪਲਾਂਟ ਦਾ ਹਾਲੇ ਤੱਕ ਆਪਣਾ ਇੰਡੀਆ ਤਾਂ ਕਹਿ ਲਈਏ ਕਿ ਵਰਲਡ ਦੇ ਵਿੱਚ ਵੀ ਇਹਦੀ ਸਕਸੈਸ ਰੇਟ ਕੋਈ ਨਹੀਂ ਹੈਗੀ ਜੀ। 1-2% ਹੁੰਦੀ ਆ, ਉਹ ਵੀ ਪਹਿਲਾਂ ਡਾਕਟਰਸ ਸਾਫ਼ ਕਹਿ ਦਿੰਦੇ ਨੇ ਵੀ ਲੰਗ ਟਰਾਂਸਪਲਾਂਟ ਬੋਡੀ ਚੱਕੇ ਨਾ ਚੱਕੇ ਉਹਦੀ ਜ਼ਿੰਮੇਵਾਰੀ ਨਹੀਂ ਹੈਗੀ ਜੀ, ਐਕਸਪੈਰੀਮੈਂਟ ਆ ਉਹ। ਐਕਮੋ ਵੀ ਐਕਸਪੈਰੀਮੈਂਟ ਹੀ ਹੁੰਦਾ, ਉਹ ਵੀ ਉਸ ਤੋਂ ਵੱਡਾ ਐਕਸਪੈਰੀਮੈਂਟ ਸੀ। ਉਹਦੇ ਲਈ ਮੈਂ ਸਾਫ਼ ਮਨਾ ਕਰਤਾ ਕਿਉਂਕਿ ਮੇਰੇ ਡੈਡ ਥੋੜ੍ਹੇ ਬੋਡੀ ਪੱਖੋਂ ਹੈਵੀ ਸੀਗੇ ਅਤੇ ਉਹਨਾਂ ਤੋਂ ਝੱਲ ਨਹੀਂ ਪਾਉਣਾ ਸੀ। ਮੈਂ ਹੋਰ ਡਾਕਟਰਸ ਦੀ ਵੀ ਸਲਾਹ ਲਈ, ਜਿੱਥੇ ਤੱਕ ਮੇਰਾ ਹੱਥ ਪੈਂਦਾ ਸੀਗਾ ਜੀ ਉੱਥੇ ਤੱਕ ਮੈਂ ਆਪਦਾ ਟਰਾਈ ਕੀਤਾ। ਅਤੇ ਉਹ ਸਭ ਦਾ ਇਹੀ ਕਹਿਣਾ ਸੀ ਵੀ ਲੰਗ ਟਰਾਂਸਪਲਾਂਟ ਵੱਲ ਤਾਂ ਬਿਲਕੁਲ ਨਾ ਜਾਓ। ਅਤੇ ਸਾਨੂੰ ਐਕਮੋ 'ਤੇ ਰਿਜ਼ਲਟ ਦਿਖ ਰਹੇ ਸੀ, ਸਾਨੂੰ ਸੀ ਵੀ ਅਸੀਂ ਐਕਮੋ 'ਤੇ ਠੀਕ ਹੋ ਕੇ ਆ ਜਾਵਾਂਗੇ, ਕਿਉਂਕਿ ਐਕਮੋ ਦੇ ਰਿਜ਼ਲਟ ਬੰਦਾ 35 ਤੋਂ 40 ਦਿਨਾਂ ਦੇ ਵਿੱਚ ਰਿਕਵਰ ਹੁੰਦਾ। ਸਾਡੇ ਤਾਂ ਹੋਈ ਹਲੇ 8-10 ਦਿਨ ਸੀਗੇ, ਉਹਦੇ ਹਿਸਾਬ ਨਾਲ ਸਹੀ ਚੱਲ ਰਿਹਾ ਸੀਗਾ। ਬਟ ਜਦੋਂ 11ਵੇਂ ਕੁ ਦਿਨ ਦੁਬਾਰਾ ਜਾ ਕੇ ਕੰਡੀਸ਼ਨ ਡਾਊਨ ਹੁੰਦੀ ਤਾਂ 13ਵੇਂ ਦਿਨ ਤੱਕ ਬਹੁਤ ਜ਼ਿਆਦਾ ਹੀ ਡਾਊਨ ਹੋ ਗਈ ਕੰਡੀਸ਼ਨ। ਸੈਚੂਰੇਸ਼ਨ ਫਿਰ 60s ਦੀ ਲਾਈਨ 'ਤੇ ਆ ਗਈ, 70 to 60 ਦੇ ਵਿੱਚ ਰਹਿੰਦੀ ਹੁੰਦੀ ਸੀਗੀ ਜੀ। ਉਹ ਦਿਨ ਫਿਰ ਸਾਡੇ ਲਈ ਤਾਂ ਚਲੋ ਡਰਾਉਣੇ ਤਾਂ ਸਾਰੇ ਦਿਨ ਹੀ ਸੀਗੇ, ਉਹ ਦਿਨਾਂ 'ਤੇ ਸਾਡੇ ਜ਼ਿਆਦਾ ਹੌਲ ਪਏ ਵੀ ਹੁਣ ਪਤਾ ਹੀ ਨਹੀਂ ਕੀ ਹੋਣਾ, ਕਿਉਂਕਿ ਇਸ ਤੋਂ ਬਾਅਦ ਤਾਂ ਟਰੀਟਮੈਂਟ ਹੀ ਨਹੀਂ ਹੈਗਾ। ਜਦੋਂ ਵੈਂਟੀਲੇਟਰ ਸ਼ਿਫਟ ਕੀਤੇ ਉਦੋਂ ਇੱਕ ਆਸ ਸੀਗੀ ਵੀ ਯਾਰ ਐਕਮੋ ਚਲਾ ਦੂਗੀ, ਇਹਨਾਂ ਨੂੰ ਦੁਬਾਰਾ ਸੈੱਟ ਕਰ ਦੂਗੀ, ਪਰ ਉਦੋਂ ਆਸ ਜਮਾਂ ਹੀ ਟੁੱਟ ਗਈ। ਮਦਰ ਮੇਰੇ, ਉਹਨਾਂ ਨੂੰ ਮੈਂ ਬੜੇ ਤਰੀਕੇ ਨਾਲ ਹੀ ਮੈਂ ਕਿਹਾ ਮੰਮਾ ਕੁਛ ਵੀ ਹੋ ਸਕਦਾ, ਆਪਾਂ ਨੂੰ ਪ੍ਰੀਪੇਅਰ ਰਹਿਣਾ ਪੈਣਾ। ਜ਼ਿੰਮੇਵਾਰੀ ਤਾਂ ਹੁਣ ਸਾਰੀ ਮੇਰੇ 'ਤੇ ਛੱਡੀ ਹੋਈ ਸੀ ਜੀ ਉਹਨਾਂ ਨੇ ਮੈਨੂੰ। ਮੈਂ ਆਪਣੀ ਮਾਂ ਦਾ ਵੀ ਧਿਆਨ ਰੱਖਣਾ ਸੀ। ਮੋਰਓਵਰ ਮੇਰੀ ਭੈਣ ਜੀ ਕੈਨੇਡਾ ਦੇ ਵਿੱਚ ਆ, ਉਹ ਮੈਰਿਡ ਆ ਜੀ ਉੱਥੇ, ਉਹਦਾ ਜ਼ਿਆਦਾ ਬੁਰਾ ਹਾਲ ਸੀਗਾ ਕਿਉਂਕਿ ਧੀਆਂ ਦਾ ਤਾਂ ਤੁਹਾਨੂੰ ਪਤਾ ਮੋਹ ਕਿੰਨਾ ਹੁੰਦਾ ਹੀ ਆ। ਅਤੇ ਉਹ 2.5 ਸਾਲਾਂ ਤੋਂ ਉੱਥੇ ਆ ਜੀ, ਉਹ ਮਿਲੀ ਨਹੀਂ ਸੀਗੀ। ਉਹਦਾ ਹੁਣ ਪਲੈਨਿੰਗ ਸੀ ਅੱਗੇ ਆਉਣਾ, ਮੈਂ ਮਿਲਣ ਦਾ ਸੁਪਨਾ ਵੀ ਰਹਿ ਗਿਆ। ਮਿਲਣ ਦਾ, ਉਹਦੇ ਆਪ ਦੇ ਗੁੜੀਆ ਹੋਈ ਆ ਜੀ 4 ਮਾਰਚ ਨੂੰ,
ਸਾਨੂੰ ਉਹਦਾ ਬਹੁਤ ਡਰ ਹੁੰਦਾ ਸੀਗਾ ਵੀ ਉਹ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਰਹਿੰਦੀ ਸੀਗੀ ਡੈਡ ਕਰਕੇ, ਵੀ ਅੱਗੇ ਬੇਬੀ 10 ਦਿਨਾਂ ਅੱਜ ਮੇਰੇ ਖਿਆਲ ਨਾਲ ਜੀ 15 ਦਿਨ ਦੀ ਹੋਈ ਆ ਬੇਬੀ, ਅਤੇ ਉਹਨੂੰ ਵੀ ਸਾਂਭਣਾ, ਨਾਲ ਡੈਡ ਦਾ ਵੀ ਸਾਰਾ ਦਿਨ ਉਹਨੂੰ ਟੈਨਸ਼ਨ ਆ ਸੀ। ਉਹਨੂੰ ਬਹੁਤ ਔਖੇ ਝੂਠੇ ਦਿਲਾਸੇ ਹੀ ਦਿੰਦੇ ਸੀਗੇ ਵੀ ਡੈਡ ਠੀਕ ਨੇ, ਕੁਛ ਨਹੀਂ ਹੁੰਦਾ, ਠੀਕ ਹੋ ਕੇ ਘਰ ਹੀ ਆਉਣਗੇ, ਤੇਰੇ ਕੋਲ ਅਸੀਂ ਭੇਜਾਂਗੇ, ਉੱਥੇ ਤੂੰ ਖਿਆਲ ਰੱਖੀ, ਕਿਉਂਕਿ ਹਵਾ ਪਾਣੀ ਕੈਨੇਡਾ ਦਾ ਕਿੰਨਾ ਵਧੀਆ ਜੀ, ਸਭ ਨੂੰ ਪਤਾ ਵੀ ਅਸੀਂ ਤੇਰੇ ਕੋਲ ਪੱਕੇ ਛੱਡ ਦੇਣੇ ਨੇ, ਤੂੰ 6 ਮਹੀਨੇ ਡੈਡ ਦਾ ਖਿਆਲ ਰੱਖੀ, ਠੀਕ ਕਰਕੇ ਫੇਰ ਭੇਜੀ। ਉਹਨੂੰ ਇੱਦਾਂ ਦੀਆਂ ਗੱਲਾਂ ਕਰਕੇ ਅਸੀਂ ਉੱਥੇ ਸੰਭਾਲ ਕੇ ਰੱਖਿਆ। ਬਟ ਮੁੜ ਕੇ ਜਦੋਂ ਜੀ ਇਹਨਾਂ ਦਾ 11 ਤਰੀਕ ਨੂੰ ਜ਼ਿਆਦਾ ਬਿਮਾਰ ਹੋਣਾ ਸ਼ੁਰੂ ਹੋਏ ਨੇ, 13 ਤੱਕ ਤਾਂ ਜਮਾ ਹੀ ਮੈਂ ਤਾਂ ਹੋਪ ਖੋਈ ਬੈਠਾ ਸੀਗਾ। ਮੈਨੂੰ ਪਤਾ ਸੀਗਾ ਵੀ ਮੈਂ ਇਹ ਹਾਰਦਾ ਪਿਆ ਇੱਥੇ, ਹੁਣ ਮੇਰੇ ਖਿਆਲ ਨਾਲ ਮੇਰਾ ਪਿਓ ਮੈਂ ਬਚਾ ਨਹੀਂ ਸਕਦਾ। 14 ਤਰੀਕ ਨੂੰ ਜੀ ਉਹਨਾਂ ਨੇ 3/18 ਤੇ ਆਖਰੀ ਸਾਹ ਲਏ ਨੇ ਜੀ। ਆਖਰੀ ਸਾਹ ਦੀ ਗੱਲ ਕੀਤੀ ਤੁਸੀਂ, ਵੀ ਲੋਕ ਹੁਣ ਜੇ ਗੱਲ ਕਰੀਏ, ਕਈ ਲੋਕ ਤਾਂ ਇਹ ਕਹਿੰਦੇ ਵੀ ਕਰੋਨਾ ਤਾਂ ਹੈ ਹੀ ਨਹੀਂ ਜੀ, ਪਹਿਲਾਂ ਵੀ ਨਹੀਂ ਸੀ, ਹੁਣ ਵੀ ਨਹੀਂ ਹੈ, ਹੁਣ ਬਸ ਵੈਸੇ ਹੀ ਗੱਲਾਂ ਫੈਲਾ ਰਹੇ ਆ। ਆਮ ਤੁਸੀਂ ਇਹ ਚੀਜ਼ਾਂ ਦੇਖੀਆਂ ਹੋਣਗੀਆਂ, ਲੋਕਾਂ ਨੇ ਮਾਸਕ ਵੀ ਨਹੀਂ ਪਾਏ ਹੁੰਦੇ, ਜੇ ਮਾਸਕ ਦੇ ਚਲਾਨ ਵੀ ਕੱਟੇ ਜਾਂਦੇ ਤਾਂ ਕਹਿ ਦਿੰਦੇ, ਤਾਂ ਪੁਲਿਸ ਨੂੰ ਹੀ ਜੋ ਹੈ ਬੋਲਣ ਲੱਗ ਜਾਂਦੇ ਆ, ਕਹਿਣ ਲੱਗ ਜਾਂਦੇ ਵੀ ਕਰੋਨਾ ਨਾੜ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈਗੀ। ਦੇਖੋ ਜੀ, ਮੈਂ 35 ਦਿਨ ਉੱਥੇ ਹੌਸਪੀਟਲ 'ਚ ਰਿਹਾ ਜੀ, ਮੈਂ ਬਹੁਤ ਮਾੜੇ ਹਾਲ ਦੇਖੇ ਨੇ ਜੀ ਉੱਥੇ। ਹੁਣ ਵੀ ਸ਼ਾਇਦ ਮੈਂ ਇੱਥੇ ਇਸ ਹਿਸਾਬ ਨਾਲ ਗੱਲਾਂ ਤਾਂ ਕਰ ਰਿਹਾ ਕਿਉਂਕਿ ਉੱਥੇ ਰਹਿ ਕੇ ਬੰਦੇ ਦਾ ਦਿਲ ਇੰਨਾ ਕੁ ਪੱਕਾ ਹੋ ਜਾਂਦਾ ਵੀ ਉਹਨੂੰ ਪਤਾ ਵੀ ਯਾਰ ਹੁਣ ਅਸੀਂ ਕਰ ਹੀ ਨਹੀਂ ਸਕਦੇ ਕੁਛ, ਠੀਕ ਆ। ਉਹ ਦਿਨਾਂ ਦੇ ਵਿੱਚ ਵੀ ਮੈਨੂੰ ਕਿੰਨੇ ਬੰਦੇ ਮਿਲੇ ਜਿਹੜੇ ਕਹਿੰਦੇ ਸੀ ਯਾਰ ਕਰੋਨਾ ਤਾਂ ਬਾਈ ਕੁਛ ਨਹੀਂ ਹੈਗਾ, ਤੁਸੀਂ ਚੈੱਕ ਕਰਾ ਲਓ, ਡਾਕਟਰ ਤੁਹਾਨੂੰ ਐਵੇਂ ਤਾਂ ਨਹੀਂ ਬੁੱਧੂ ਬਣਾਈ ਜਾਂਦੇ। ਹੁਣ ਮੈਨੂੰ ਉੱਥੇ ਉਹਨਾਂ ਦੀ ਇਹ ਗੱਲ ਸੁਣ ਕੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਐਂ ਹੁੰਦਾ ਸੀ ਵੀ ਯਾਰ ਕੀ ਗੱਲਾਂ ਕਰ ਰਹੇ ਹੋ, ਵੀ ਬੰਦੇ ਦੇ ਐਕਸ-ਰੇ ਜਮਾਂ ਵਾਈਟ ਹੋਏ ਨੇ ਤਾਂ ਕਿਸੇ ਬਿਮਾਰੀ ਕਰਕੇ ਹੀ ਹੋਏ ਨੇ। ਜਿਹੜੇ ਬੰਦੇ ਨੂੰ ਪਿਛਲੇ 51 ਸਾਲਾਂ ਦੇ ਵਿੱਚ ਕੋਈ ਬਿਮਾਰੀ ਨਹੀਂ ਸੀ, 52 ਸਾਲਾਂ ਦੇ ਵਿੱਚ, 52 ਸਾਲ ਦੇ ਸੀਗੇ ਮੇਰੇ ਡੈਡ, 20 ਜਨਵਰੀ ਨੂੰ ਉਹਨਾਂ ਦਾ ਬਰਥਡੇ ਸੀਗਾ ਜੀ। ਮੈਂ ਕਿਹਾ ਜਿਹੜੇ ਬੰਦੇ ਨੂੰ ਪਿਛਲੇ 52 ਸਾਲਾਂ 'ਚ ਕੋਈ ਬਿਮਾਰੀ ਨਹੀਂ ਸੀਗੀ ਤਾਂ ਇੱਕਦਮ ਉਹਦਾ ਇਹ ਹਾਲ ਥੋੜ੍ਹੀ ਹੋ ਸਕਦਾ ਵੀ ਤੁਰ ਕੇ ਬੰਦਾ ਜਿਹੜਾ ਪੈਰਾਂ 'ਤੇ ਗਿਆ। ਅਤੇ ਉਹੀ ਮੈਂ ਕਹਿਣਾ ਚਾਹੁੰਦਾ ਜੀ, ਕਰੋਨਾ ਬਹੁਤ ਹੀ ਗੰਦੀ ਬਿਮਾਰੀ ਆ, ਬਹੁਤ ਵੱਡੀ ਬਿਮਾਰੀ ਆ, ਜਿਹਨੂੰ ਇਹ ਫੜ ਲੈਂਦੀ ਆ ਉਹਦਾ ਬਚਣਾ ਬਹੁਤ ਔਖਾ। ਜਿਹਨੂੰ ਨਹੀਂ ਕੁਛ ਕਹਿੰਦੀ ਉਹਨੂੰ ਕੁਛ ਹੀ ਨਹੀਂ ਕਹਿੰਦੀ। ਹੁਣ ਮੈਂ ਜੇ ਇੱਥੇ ਕੋਈ ਸਵਾਲ ਕੋਈ ਪੁੱਛੇ ਮੈਨੂੰ ਵੀ ਕੋਈ ਪੁੱਛਦੇ ਵੀ ਤੂੰ ਵੀ ਤਾਂ ਨਾਲ ਰਹਿਣਾ, ਬਟ ਮੈਨੂੰ ਪਤਾ ਜੀ ਮੈਂ ਆਪਣੀ ਡਾਈਟ ਕਿੰਨੀ ਵਧੀਆ ਰੱਖੀ ਉਹ ਟਾਈਮ ਦੇ ਵਿੱਚ। ਮੈਂ ਬਹੁਤ ਰੱਜ ਕੇ ਰੋਟੀ ਖਾਂਦਾ ਸੀ ਕਿਉਂਕਿ ਡਾਕਟਰਾਂ ਵੱਲੋਂ ਮੈਨੂੰ ਇਹੀ ਹਦਾਇਤ ਸੀਗੀ ਵੀ ਜਦੋਂ ਵੀ ਤੁਸੀਂ ਇਹਨਾਂ ਕੋਲ ਆਉਣਾ ਤਾਂ ਆਪਦਾ ਖਾਣਾ ਪੀਣਾ ਬਹੁਤ ਜ਼ਿਆਦਾ ਵਧੀਆ ਰੱਖਣਾ ਪੈਣਾ ਤਾਂ ਕਿ ਤੁਹਾਨੂੰ ਨਾ ਕੋਈ ਐਲਰਜੀ ਹੋਵੇ। ਜੇ ਤੁਹਾਨੂੰ ਐਲਰਜੀ ਹੋ ਗਈ ਇੱਥੋਂ ਇਹਨਾਂ ਨੂੰ ਵੀ ਕੈਚ ਹੋ ਸਕਦੀ ਆ। ਉਹ ਚੀਜ਼ਾਂ ਕਰਕੇ ਮੈਂ ਆਪਦੀ ਸਿਹਤ ਦਾ ਵੱਧ ਧਿਆਨ ਰੱਖਦਾ ਸੀ। ਚਲੋ ਮੇਰਾ ਵਿੱਚ 3 ਵਾਰੀ ਟੈਸਟ ਹੋਏ ਨੇ, ਮੇਰੇ ਤਿੰਨੋਂ ਨੈਗੇਟਿਵ ਆਏ ਨੇ। ਅਖੀਰਲਾ ਟੈਸਟ ਮੇਰਾ ਕੱਲ੍ਹ ਹੋਇਆ ਜੀ, ਉਹ ਵੀ ਨੈਗੇਟਿਵ ਆਇਆ। ਮੇਰੇ ਮਦਰ ਦਾ ਵੀ ਮੈਂ ਹੁਣ ਐਂਡ 'ਚ ਕਰਾਉਣਾ ਹੀ ਸੀਗਾ ਜੀ। ਇੱਕ ਜੀ ਨੂੰ ਤਾਂ ਮੈਂ ਖੋ ਚੁੱਕਿਆ ਆਪਣੇ ਘਰ 'ਚੋਂ, ਮੈਂ ਬਾਕੀਆਂ ਦਾ ਧਿਆਨ ਤਾਂ ਹੁਣ ਰੱਖਣਾ ਹੀ ਪੈਣਾ ਜੀ। ਮਤਲਬ ਕਿ ਕਰੋਨਾ ਹੈਗੀ ਆ, ਕੋਈ ਇੱਦਾਂ ਦੀ ਗੱਲ ਨਹੀਂ ਵੀ ਕਰੋਨਾ ਬਿਮਾਰੀ ਨਹੀਂ ਹੈਗੀ, ਬਹੁਤ ਗੰਦੀ ਬਿਮਾਰੀ ਆ ਅਤੇ ਹੁਣ ਤਾਂ ਬਹੁਤ ਹੀ ਜ਼ਿਆਦਾ ਘਾਤਕ ਰੂਪ ਇਹਨੇ ਲੈ ਲਿਆ। ਹੁਣ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਰੋਨਾ ਹੋਇਆ ਉਹਨੂੰ। ਉਹ ਹੌਸਪੀਟਲ ਐਡਮਿਟ ਹੁੰਦਾ 1 ਦਿਨ ਜਾਂ 2 ਦਿਨ ਬਹੁਤ ਔਖੇ ਕੱਢਦਾ। ਮੈਂ ਆਪਣੀ ਅੱਖੀ ਦੇਖੇ ਨੇ, ਮਰੀਜ਼ ਆਉਂਦੇ ਸੀ ਅਗਲੇ ਦਿਨ ਉਹਨਾਂ ਦਾ ਹਾਰਟ ਅਟੈਕ ਨਾਲ ਜਾਂ ਕਿਸੇ ਹੋਰ ਔਰਗਨ ਫੇਲੀਅਰ ਨਾਲ ਉਹਨਾਂ ਦੀ ਡੈਥ ਹੋ ਜਾਂਦੀ ਸੀਗੀ। ਕਿਸੇ ਦਿਨ 7 ਮਰੀਜ਼ ਪੂਰੇ ਹੋ ਰਹੇ ਨੇ, ਕਿਸੇ ਦਿਨ 8 ਮਰੀਜ਼ ਪੂਰੇ ਹੋ ਰਹੇ ਨੇ। ਅਤੇ ਹੁਣ ਜਿਹੜੇ ਨਵੇਂ ਲੱਛਣ ਨਹੀਂ ਕਹਿ ਲਓ ਵੀ ਜਿਹੜੇ ਬੰਦਿਆਂ 'ਤੇ ਇਫੈਕਟ ਕਰ ਰਹੀ ਹੈ, ਮੋਰ 50+ ਵਾਲਿਆਂ ਨੂੰ ਜ਼ਿਆਦਾ ਅਟੈਕ ਕਰ ਰਹੀ ਹੈ ਜੀ ਇਹ ਬਿਮਾਰੀ। ਡਾਕਟਰਾਂ ਦਾ ਵੀ ਇਹੀ ਕਹਿਣਾ ਸੀਗਾ ਵੀ ਹੁਣ ਜਿਹੜਾ ਮਿਊਟੇਟ ਹੋਇਆ ਉਹ 50+ ਦੀ ਏਜ ਵਾਲੇ ਅਤੇ ਬੰਦਿਆਂ ਨੂੰ ਜ਼ਿਆਦਾ ਕਰਦੀ ਆ, ਲੇਡੀਜ਼ ਨੂੰ ਫੇਰ ਘੱਟ ਕਰਦੀ ਆ, ਹਾਲੇ ਬੰਦਿਆਂ ਨੂੰ ਜ਼ਿਆਦਾ ਕਰ ਰਹੀ ਆ। ਅਤੇ ਹੁਣ ਟਾਈਮ ਨਹੀਂ ਦੇ ਰਿਹਾ ਇਹ। ਪਹਿਲਾਂ ਫੇਰ ਵੀ ਸਮਝ ਆਉਂਦੇ ਸੀਗੇ, ਹੁਣ ਬਹੁਤ ਹੀ ਹੱਦ ਤੱਕ ਇਹ ਵੱਧ ਚੁੱਕੀ ਆ ਬਿਮਾਰੀ। ਸਿੰਪਟਮਸ ਹੀ ਨਹੀਂ ਆ ਰਹੇ, ਬੰਦੇ ਨੂੰ ਪਤਾ ਕਿੱਥੇ ਲੱਗੂਗਾ ਜੀ। ਮੇਰੇ ਡੈਡ ਦੀ, ਮੇਰੇ ਤਾਂ ਆਪਦੇ ਘਰ ਦਾ ਐਗਜ਼ਾਮਪਲ ਆ ਜੀ। ਉਹ ਚੰਗਾ ਭਲੇ ਤੁਰੇ ਆਉਂਦੇ ਸੀਗੇ, 2-3 ਦਿਨ ਛੱਡ ਕੇ ਘਰੇ ਆਉਂਦੇ ਸੀ। ਇਹ ਨਹੀਂ ਹੈਗਾ ਵੀ ਉਹ 15-15 ਦਿਨ ਉੱਥੇ ਰਹਿੰਦੇ ਸੀਗੇ। ਉਹ 2-3 ਦਿਨਾਂ ਬਾਅਦ ਇੱਕ ਵਾਰੀ ਗੇੜਾ ਮਾਰ ਲੈਂਦੇ ਹੁੰਦੇ ਸੀਗੇ ਜੀ ਘਰੇ। ਰਾਤ ਨੂੰ ਆ ਕੇ ਸਵੇਰੇ ਆਪਦਾ ਜਾਣਾ, ਵਧੀਆ ਤੁਰੇ ਫਿਰਦੇ ਸੀਗੇ ਜੀ। ਜੇ ਕੋਈ ਉਹਨਾਂ ਨੂੰ ਇੱਦਾਂ ਦੀ ਚੀਜ਼ ਹੁੰਦੀ, ਕੋਈ ਛੋਟਾ ਮੋਟਾ ਵੀ ਸਿੰਪਟਮ ਹੁੰਦਾ ਜਾਂ ਕੁਛ ਵੀ ਸਾਨੂੰ ਲੱਗਦੇ ਵੀ ਉਹ ਵੀਕ ਨੇ ਜਾਂ ਹੋਰ, ਅਸੀਂ ਪਹਿਲਾਂ ਹੀ ਇਲਾਜ ਕਰਾਉਂਦੇ ਉਹਨਾਂ ਦਾ, ਦਿਖਾਉਂਦੇ, ਬਟ ਸਾਨੂੰ ਕੁਛ ਦਿਖਿਆ ਹੀ ਨਹੀਂ। ਇਹੋ ਜਿਹੀ ਬਿਮਾਰੀ ਹੈ ਵੀ ਅੰਤ ਸਮੇਂ ਬੰਦਾ ਆਪਣੇ, ਜੇ ਉਹਨਾਂ ਦਾ ਨੇੜੇ ਵਾਲਾ ਪਰਿਵਾਰ ਵਾਲਾ ਕੋਈ ਵੀ ਉਹਦੀ ਸ਼ਕਲ ਵੀ ਨਹੀਂ ਦੇਖ ਸਕਦਾ। ਜਦੋਂ ਚਿਤਾ ਨੂੰ ਅੱਗ ਦਿੰਦੇ ਉਹਨਾਂ ਦੀ ਸ਼ਕਲ ਵੀ ਨਹੀਂ ਦੇਖੀ ਜਾਂਦੀ।
ਅਸੀਂ ਜੀ ਮੈਨੂੰ ਇੰਨਾ ਪਤਾ ਵੀ ਅਸੀਂ ਜਦੋਂ ਉਹਨਾਂ ਦੇ ਨੇੜੇ ਜਾਣਾ ਸਾਡੇ ਗਾਊਨ ਪਵਾ ਦੇਣੇ, ਮਾਸਕ ਦੋ ਦੋ ਪਵਾਉਣੇ, ਹੱਥਾਂ 'ਚ ਦਸਤਾਨੇ ਪਵਾਉਣੇ। ਇਹ ਚੀਜ਼ਾਂ ਦੇਖ ਕੇ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਮਰੀਜ਼ ਆਪ ਡੋਲ ਜਾਂਦਾ ਹੋਣਾ। ਮਰੀਜ਼ ਨੂੰ ਐ ਹੁੰਦਾ ਵੀ ਇਹ ਮੇਰੇ ਘਰ ਦਾ ਜੀ ਇਹੀ ਨਹੀਂ ਮੈਨੂੰ ਹੱਥ ਲਾ ਰਿਹਾ, ਤਾਂ ਉਹਦੇ ਮਨ 'ਤੇ ਕੀ ਬੀਤਦੀ ਹੋਊਗੀ। ਤਾਂ ਇਹ ਬਹੁਤ ਔਖੀ ਬਿਮਾਰੀ ਹੈ ਜੀ, ਬਹੁਤ ਔਖਾ ਟਾਈਮ ਅਸੀਂ ਹੰਢਾਇਆ। ਅਤੇ ਮੈਂ ਤਾਂ ਇਹੀ ਅਪੀਲ ਕਰਦਾ ਵੀ ਆਪਦਾ ਮਾਸਕ ਲਾ ਕੇ ਰੱਖੋ ਸਾਰੇ, ਠੀਕ ਹੈ ਜੀ, ਤਾਂ ਕਿ ਤੁਹਾਨੂੰ ਨਾ ਇਹ ਲੱਗਣਾ। ਕਈ ਲੋਕਾਂ ਦਾ ਮੈਂ ਦੇਖਿਆ ਹਾਲ ਫੇਸਬੁੱਕ 'ਤੇ ਕਮੈਂਟ ਕਰਦੇ ਨੇ ਜੀ ਇਹ ਤਾਂ ਪੁਲਿਸ ਵਾਲੇ ਨੇ, ਇਹਨਾਂ ਨੇ ਤਾਂ ਐਂ ਕਰ ਲਿਆ ਹੋਣਾ, ਇਹ ਤਾਂ ਖਾਂਦੇ ਪੀਂਦੇ ਹੋਣੇ। ਵੀ ਉਹਨਾਂ ਦੇ ਘਰਾਂ 'ਚ ਆ ਕੇ ਦੇਖੋ ਜੀ, ਉੱਥੋਂ ਪਤਾ ਲੱਗੂਗਾ ਤੁਹਾਨੂੰ ਵੀ ਉਹ ਕੀ ਖਾਂਦੇ ਸੀ ਕੀ ਪੀਂਦੇ ਸੀ। ਦੁੱਧ ਮੱਖਣ ਉਹਨਾਂ ਦੀ ਡਾਈਟ ਸੀਗੀ। ਕੋਈ ਇੱਕ ਬੰਦਾ ਉੱਠ ਕੇ ਆ ਕੇ ਕਹਿ ਦੇ ਉਹਨਾਂ ਦੇ ਨਾਲ ਦਾ ਵੀ ਇਹ ਕੋਈ ਸ਼ਰਾਬ ਪੀਂਦੇ ਸੀ ਫਾਲਤੂ, ਕਦੇ ਕਦੇ ਤਾਂ ਜੀ ਸਾਰੀ ਦੁਨੀਆ ਪੀਂਦੀ ਆ, ਠੀਕ ਹੈ ਜੀ। ਉਹ ਵੀ 2-3 ਪੈਗ ਉਹਨਾਂ ਨੇ ਆਪਦੇ ਕਦੇ ਕਦੇ ਲਾਉਣੇ ਹੁੰਦੇ ਸੀਗੇ। ਕੋਈ ਇਹ ਨਹੀਂ ਹੈਗਾ ਵੀ ਫਾਲਤੂ ਕੋਈ ਨਸ਼ਾ ਪੱਤਾ ਨਹੀਂ, ਕੋਈ ਕੁਛ ਨਹੀਂ ਇੱਦਾਂ ਦਾ। ਆਪਦੀ ਬਹੁਤ ਸੋਹਣੀ ਜ਼ਿੰਦਗੀ ਜੀਣ ਦਾ ਉਹਨਾਂ ਨੂੰ ਚਸਕਾ ਸੀਗਾ। ਡਾਈਟ ਵੀ ਵਧੀਆ, ਡਾਈਟ ਬਹੁਤ ਹੀ ਜ਼ਿਆਦਾ ਵਧੀਆ ਰੱਖਦੇ ਸੀਗੇ ਜੀ। ਉਹਨਾਂ ਦੇ ਕੋਈ ਮਿੱਤਰ ਜਾਂ ਕਿਸੇ ਨੂੰ ਤੁਸੀਂ ਕਦੇ ਮਿਲੋ, ਉਹਨਾਂ ਤੋਂ ਤੁਹਾਨੂੰ ਪਤਾ ਲੱਗ ਜੂ ਨੇਚਰ ਦਾ, ਉਹਨਾਂ ਦੀ ਪਤਾ ਲੱਗ ਜੂ। ਮੱਥੇ 'ਤੇ ਕਦੇ ਗੁੱਸਾ ਤਾਂ ਉਹਨਾਂ 'ਤੇ ਦੇਖਿਆ ਨਹੀਂ ਸੀਗਾ, ਸ਼ਿਕਨ ਕਦੇ ਦੇਖਿਆ ਨਹੀਂ, ਕੋਈ ਉਹਨਾਂ ਨੇ ਟੈਨਸ਼ਨ ਨਹੀਂ ਕਰਨੀ। ਇੱਕ ਵਧੀਆ ਅਫਸਰ ਸੀਗੇ, ਪੂਰੇ ਐਡਾ ਰੈਂਕ ਸੀ ਤਾਂ ਵੀ ਹਰ ਕਿਸੇ ਨਾਲ ਹੱਸ ਕੇ ਮਿਲਣਾ, ਪਿਆਰ ਨਾਲ ਮਿਲਣਾ। ਸਾਡੇ ਮੁਹੱਲੇ ਤੋਂ ਹੀ ਚਾਹੇ ਉਹਨਾਂ ਦੀ ਰਿਪੋਰਟ ਲੈ ਸਕਦੇ ਹੋ ਤੁਸੀਂ, ਹੋਰ ਉਸ ਤੋਂ ਬਾਅਦ ਬਾਹਰ ਜਾਣ ਦੀ ਤਾਂ ਆਪਾਂ ਨੂੰ ਲੋੜ ਹੀ ਨਹੀਂ ਹੈਗੀ। ਅਤੇ ਬਾਕੀ ਮੇਰੇ ਖਿਆਲ ਨਾਲ ਜਿਸ ਹਿਸਾਬ ਨਾਲ ਦੁਨੀਆ ਸੋਸ਼ਲ ਮੀਡੀਆ 'ਤੇ ਪਿਆਰ ਦਿਖਾ ਰਹੀ ਆ, ਉੱਥੋਂ ਵੀ ਬੰਦਾ ਜੱਜਮੈਂਟ ਕਰ ਸਕਦਾ ਵੀ ਉਹਨਾਂ ਦੀ ਰਹਿਣੀ ਸਹਿਣੀ ਮਿਲ ਵਰਤਨ ਕਿਵੇਂ ਸੀਗਾ ਦੁਨੀਆ ਨਾਲ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ ਸੋ ਮਚ। ਸੋ ਇਹ ਸਾਹਿਬ ਸਿੰਘ ਡੀਐਸਪੀ ਸ਼ਾਹਕੋਟ ਵਰਿੰਦਰਪਾਲ ਸਿੰਘ ਦੇ ਜੋ ਪੁੱਤਰ ਨੇ, ਇਹਨਾਂ ਨਾਲ ਗੱਲਬਾਤ ਕੀਤੀ ਹੈ। ਅਤੇ ਇਹਨਾਂ ਦਾ ਕਹਿਣਾ ਜੋ ਲੋਕ ਕਹਿ ਰਹੇ ਆ ਵੀ ਕਰੋਨਾ ਨਾਂ ਦੀ ਕੋਈ ਬਿਮਾਰੀ ਨਹੀਂ ਹੈ, ਸਭ ਤੋਂ ਵੱਡਾ ਐਗਜ਼ਾਮਪਲ ਇਹਨਾਂ ਦੇ ਘਰ 'ਚ ਹੀ ਹੋਇਆ। ਅਤੇ ਉਸ ਵਿਅਕਤੀ ਜਿਹਦੀ ਡਾਈਟ ਇੰਨੀ ਸੋਹਣੀ ਸੀ ਅਤੇ ਉਸ ਨੂੰ ਕੋਈ ਵੀ ਬਿਮਾਰੀ ਨਹੀਂ ਸੀ, ਪਰ ਉਸ ਦੇ ਜੋ ਮੌਤ ਹੈ ਕਰੋਨਾ ਦੇ ਕਰਕੇ ਹੋ ਗਈ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾਮੈਨ ਪਰਵਿੰਦਰ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।